ਸੈਂਟਰ ਦੀ ਮੋਦੀ ਸਰਕਾਰ ਨੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਮੰਨਣ ਤੋਂ ਹੱਥ ਖੜੇ ਕਰ ਦਿੱਤੇ ਸੀ। ਅਗਰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਤੀ ਤਾਂ ਦੇਸ਼ ਦਾ ਅਰਥ ਵਿਵਸਥਾ ਖਤਮ ਹੋ ਜਾਣੀ ਹੈ। ਤੇ ਹੁਣ ਇੱਕ ਵਾਰ ਫਿਰ ਸੈਂਟਰ ਸਰਕਾਰ ਨੇ ਕਹਿ ਦਿੱਤਾ ਕਿ ਅਗਰ ਸਮਰਥਨ ਮੁੱਲ ਲਾਗੂ ਕਰ ਦਿੱਤਾ ਤਾਂ ਉਹਨੂੰ ਉਸ ਤੋਂ ਆਰਥਿਕਤਾ ਨੂੰ ਇੱਕ ਵੱਡਾ ਖਤਰਾ। ਔਰ ਇਸ ਤੋਂ ਪਹਿਲਾਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇਸ਼ ਭਰ ਦਾ ਕਿਸਾਨ ਕਹਿ ਰਿਹਾ ਕਿ FCI ਭੱਜ ਰਹੀ ਹੈਗੀ ਆ ਤੇ ਸੈਂਟਰ ਵਾਰ-ਵਾਰ ਕਹਿ ਰਿਹਾ ਕਿ MSP ਦੇਣ ਤੋਂ ਸਰਕਾਰ ਨਹੀਂ ਭੱਜ ਰਹੀ, ਕਿਸਾਨਾਂ ਨੂੰ ਫਾਇਦਾ ਹੋਊਗਾ। ਲੇਕਿਨ ਹੁਣ ਨਿਤਿਨ ਗਡਕਰੀ ਦਾ ਜਿਹੜਾ ਬਿਆਨ ਹੈ ਉਹਨਾਂ ਕਹਿਤਾ ਕਿ ਸਮਰਥਨ ਮੁੱਲ ਤੋਂ ਆਰਥਿਕਤਾ ਨੂੰ ਖਤਰਾ। ਇਸ ਤਾਲੁਕ ਅਸੀਂ ਗੱਲਬਾਤ ਕਰਾਂਗੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਹੋਣਾ ਨਾਲ। ਚੀਮਾ ਸਾਹਿਬ ਤੁਹਾਨੂੰ ਲੱਗਦਾ ਕਿ ਉਹ ਕਹਿੰਦੇ ਹੁੰਦੇ ਨਾ ਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਜੀ? देखो, जिस दिन ये ऑर्ਡੀਨੈਂਸ जारी ਹੋਏ ਸੀ ਉਸੇ ਦਿਨ ਆਮ ਆਦਮੀ ਪਾਰਟੀ ਨੇ ਇਹਦਾ ਸਖਤ ਵਿਰੋਧ ਕੀਤਾ ਸੀ ਔਰ ਕਿਹਾ ਸੀਗਾ ਕਿ ਇਹ ਜਿਹੜਾ ਕਿਸਾਨਾਂ ਲਈ ਘਾਤਕ ਆ, ਆੜ੍ਹਤੀਆਂ ਦੇ ਲਈ ਘਾਤਕ ਆ, ਮਜ਼ਦੂਰਾਂ ਦੇ ਲਈ ਘਾਤਕ ਆ। ਸੋ ਉਸ ਸਮੇਂ ਉਸ ਤੋਂ ਦੂਸਰੇ ਦਿਨ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਨਹੀਂ, ਕੇਂਦਰ ਸਰਕਾਰ ਜਿਹੜੀ ਆ ਉਹ MSP ਖਤਮ ਕਰ ਨਹੀਂ ਜਾ ਰਹੀ। ਔਰ ਨਰਿੰਦਰ ਸਿੰਘ ਤੋਮਰ ਜੀ ਜਿਹੜੇ ਖੇਤੀਬਾੜੀ ਮਿਨਿਸਟਰ ਨੇ ਦੇਸ਼ ਦੇ, ਉਹਨਾਂ ਨੇ ਵੀ ਕਿਹਾ ਸੀ ਵੀ ਖੇਤੀਬਾੜੀ 'ਚ MSP ਨਹੀਂ ਖਤਮ ਹੋ ਰਹੀ। ਪਰ ਲੇਕਿਨ ਅੱਜ ਅਫਸੋਸ ਦੀ ਗੱਲ ਆ ਕਿ ਕੱਲ ਨਿਤਿਨ ਗਡਕਰੀ ਨੇ ਕਿਹਾ ਗਾ ਕਿ ਜਿਹੜੀ MSP ਆ ਉਹ ਦੇਸ਼ ਦੀ ਅਰਥ ਵਿਵਸਥਾ ਲਈ ਖਤਰਾ ਗਾ, ਖਤਮ ਹੋਊਗੀ। ਸੋ ਇੱਥੋਂ ਪਤਾ ਲੱਗਦਾ ਕਿ ਅਕਾਲੀ ਦਲ ਦਾ BJP ਦਾ ਦੋਹਰਾ ਚਿਹਰਾ ਜਿਹੜਾ ਹੈਗਾ ਸਾਹਮਣੇ ਆਇਆ ਗਾ। ਔਰ ਇਹਦੇ ਨਾਲ ਜਿਹੜਾ ਅਕਾਲੀ ਦਲ ਸੀਗਾ, ਜਿਹੜਾ ਇਹ ਕਹਿੰਦਾ ਸੀਗਾ ਕਿ ਨਹੀਂ MSP ਖਤਮ ਹੋਣੀ ਸਹੀ, ਉਹਦਾ ਵੀ ਡਬਲ ਚਿਹਰਾ ਨੰਗਾ ਹੋ ਗਿਆ। ਕਿਉਂਕਿ ਜਦੋਂ ਕੈਬਨਿਟ ਦੇ ਵਿੱਚ ਕੋਈ ਵੀ ਬਿੱਲ ਆਉਂਦਾ, ਕੋਈ ਵੀ ਆਰਡੀਨੈਂਸ ਆਉਂਦਾ ਤਾਂ ਉਹਦੇ ਕੀ ਆਬਜੈਕਟ ਨੇਗੇ, ਕੀ ਉਹਦੇ ਨਾਲ ਹੋਣ ਜਾ ਰਿਹਾ, ਸਾਰਾ ਕੁਝ ਡਿਸਕਸ਼ਨ ਹੁੰਦਾ ਹੈਗਾ। ਸੋ ਉਸ ਸਮੇਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਜਿਹੜੀ ਕੈਬਨਿਟ ਆ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਜੀ ਬੈਠੇ ਸੀ। ਉਹਨਾਂ ਨੇ ਬਿਲਕੁਲ ਝੂਠ ਬੋਲਿਆ ਔਰ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਾ। ਆਮ ਆਦਮੀ ਪਾਰਟੀ ਨੇ ਅੱਜ ਵੀ ਜਿਹੜਾ ਹੈਗਾ ਸੀ, ਅੱਜ ਜਿਹੜਾ ਹੈਗਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਮੈਮੋਰੈਂਡਮ ਮੰਗ ਪੱਤਰ ਸੀ ਜਿਹੜੇ ਉਹ ਡਿਪਟੀ ਕਮਿਸ਼ਨਰ ਨੂੰ ਸੌਂਪੇ ਨੇ ਤਾਂ ਕਿ ਉਹ ਮੰਗ ਪੱਤਰ ਜਿਹੜੇ ਹੈਗੇ ਨੇ ਕਿ ਦੇਸ਼ ਦੇ ਰਾਸ਼ਟਰਪਤੀ ਕੋਲ ਜਾਣ। ਤਾਂ ਇਹਦੇ ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ ਕਿ MSP ਖਤਮ ਨਹੀਂ ਹੋਣੀ ਚਾਹੀਦੀ, ਜਿਹੜੇ ਆਰਡੀਨੈਂਸ ਨੇਗੇ ਇਹ ਖਤਮ ਹੋਣੇ ਚਾਹੀਦੇ ਨੇਗੇ। ਸੋ ਇਸ ਗੱਲ ਨੂੰ ਲੈ ਕੇ ਬਿਲਕੁਲ ਅਸੀਂ ਜਿਹੜੀ ਆ ਸੰਘਰਸ਼ ਵੀ ਕਰਾਂਗੇ। ਜਿਹੜਾ ਵੀ ਚਾਹੇ ਉਹ ਸੜਕਾਂ ਤੇ ਹੋਵੇ, ਚਾਹੇ ਉਹ ਸੰਸਦ 'ਚ ਹੋਵੇ, ਚਾਹੇ ਪੰਜਾਬ ਦੀ ਵਿਧਾਨ ਸਭਾ 'ਚ ਹੋਵੇ। ਉਹ ਕਹਿ ਰਹੇ ਨੇ ਜਿਹੜਾ ਸਮਰਥਨ ਮੁੱਲ ਹੈਗਾ ਨਾ ਘਰੇਲੂ ਅਤੇ ਕੌਮਾਂਤਰੀ ਜਿਹੜੀਆਂ ਕੀਮਤਾਂ ਨਾਲੋਂ ਬਹੁਤ ਜ਼ਿਆਦਾ ਵੱਧ ਹੈਗਾ ਤੇ ਇਸ ਕਰਕੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹ ਖਤਰੇ 'ਚ ਹੈ। ਲੱਗਦਾ ਕਿ ਇੱਕ ਸੈਂਟਰ ਸਟੇਟ ਜਿਹਦਾ ਇੱਕ ਸਟੇਟ ਦਾ ਕੰਮ ਹੈ ਵੈਲਫੇਅਰ ਸਟੇਟ ਅਖਵਾਉਂਦੀ ਆ, ਅਗਰ ਉਹ ਇੱਦਾਂ ਦੇ ਬਿਆਨ ਦਿੰਦੇ ਹੈਗੇ ਤਾਂ ਉਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋਊਗਾ, ਦੇਸ਼ ਦਾ ਕਿਸਾਨ ਤੇ ਪਹਿਲਾਂ ਸੁਸਾਈਡ ਕਰਨ ਤੇ ਰਾਹ 'ਤੇ ਤੁਰਿਆ ਹੋਇਆ ਜੀ। ਦੇਖੋ, ਸਰਕਾਰਾਂ ਨੇ ਮੁਨਾਫਾ ਨਹੀਂ ਕਮਾਉਣਾ ਹੁੰਦਾ। ਬਹੁਤ ਸਾਰੇ ਜਗ੍ਹਾ ਤੇ ਸਰਕਾਰਾਂ ਨੇ ਜਿਹੜਾ ਹੈਗਾ ਕਿਸੇ ਵੀ ਹਾਲਤ ਮੁਨਾਫਾ ਨਹੀਂ ਕਮਾਉਣਾ ਹੁੰਦਾ ਗਾ। ਸੋ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਵਪਾਰੀਆਂ ਦੀ ਸਰਕਾਰ ਕੰਮ ਕਰ ਰਹੀ ਆ। ਸਰਕਾਰ ਦੇ ਵਿੱਚ ਹਰ ਚੀਜ਼ ਨੂੰ ਜਿਹੜਾ ਮੁਨਾਫੇ ਦੀ ਗੱਲ ਕਰਦੇ ਨੇ ਕਿ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਆ ਤਾਂ ਪਹਿਲਾਂ ਹੀ ਜਿਹੜਾ ਹੈਗਾ ਬੇਹਾਲ ਹੈਗਾ। ਅੱਜ ਖਾਸ ਤੌਰ 'ਤੇ ਕਿਸਾਨ ਤੇ ਖੇਤ ਮਜ਼ਦੂਰ ਤਾਂ ਵੱਡੀ ਪੱਧਰ 'ਤੇ ਪਹਿਲਾਂ ਹੀ ਜਿਹੜਾ ਆਤਮ ਹੱਤਿਆਵਾਂ ਕਰ ਰਿਹਾ। ਸੋ ਮੈਂ ਸਮਝਦਾ ਇਸ ਸਥਿਤੀ ਦੇ ਵਿੱਚ ਸਮਰਥਨ ਮੁੱਲ ਨੂੰ ਖਤਮ ਕਰਨਾ ਦੇਸ਼ ਲਈ ਬਹੁਤ ਘਾਤਕ ਸਿੱਧ ਹੋਊਗਾ। ਸਾਡਾ ਅੰਨਦਾਤਾ ਜਿਹੜਾ ਸਾਡਾ ਪੇਟ ਭਰਦਾ ਗਾ, ਜੇਕਰ ਉਹ ਖੁਦਕੁਸ਼ੀਆਂ ਦਾ ਰਾਹ ਹੋਰ ਤੇਜ਼ ਹੋ ਗਿਆ ਤਾਂ ਸਾਡੀ ਜਿਹੜੀ ਅਰਥ ਵਿਵਸਥਾ, ਜਿਹੜੀ ਗਡਕਰੀ ਸਾਹਿਬ ਕਹਿ ਰਹੇ ਨੇ ਕਿ ਉਹ ਡਾਮਾਡੋਲ ਨਹੀਂ, ਉਹ ਬਿਲਕੁਲ ਖਤਮ ਹੋ ਜੂਗੀ। ਅੱਛਾ, ਇੱਕ ਹੋਰ ਉਹ ਕਹਿ ਰਹੇ ਕਿ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਇਹਨਾਂ ਕੋਲ
ਕੇ ਰੱਖਣਾਗਾ। ਇਹਨਾਂ ਕੋਲ ਇਹ ਨੀਤੀਆਂ ਤਾਂ ਬੜੀਆਂ ਅੱਛੀਆਂ ਨੇ, ਪਰ ਲੇਕਿਨ ਲੋਕਾਂ ਨੂੰ ਕਿਵੇਂ ਬਚਾਉਣਾਗਾ, ਦੇਸ਼ ਦੀ ਆਰਥਿਕਤਾ ਨੂੰ ਕਿਵੇਂ ਅੱਗੇ ਲੈ ਕੇ ਜਾਣਾਗਾ। ਇਸ ਲਾਕਡਾਊਨ ਦੌਰਾਨ, ਕਰਫਿਊ ਦੌਰਾਨ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੇ ਮਾਰੂ ਤੇ ਘਾਤਕ ਫੈਸਲੇ ਲਏ ਜਾ ਰਹੇ ਨੇਗੇ। ਇਹਨਾਂ ਫੈਸਲੇ ਲੈਣ ਦੀ ਕਿਹੜੀ ਐਮਰਜੈਂਸੀ ਆ? ਕਿਉਂਕਿ ਜਦੋਂ ਵੀ ਕੋਈ ਆਰਡੀਨੈਂਸ ਜਾਰੀ ਹੁੰਦਾ ਉਹ ਐਮਰਜੈਂਸੀ ਜਾਰੀ ਹੁੰਦਾਗਾ ਜਦੋਂ ਕਿਸੇ ਵੀ ਬਹੁਤ ਹੀ ਇੰਪੋਰਟੈਂਟ ਮਸਲੇ ਤੇ ਫੈਸਲਾ ਲੈਣਾ ਹੋਵੇ ਔਰ ਪਾਰਲੀਮੈਂਟ ਜਿਹੜੀ ਆ, ਦੇਸ਼ ਦੀ ਪਾਰਲੀਮੈਂਟ, ਉਹ ਚੱਲ ਨਾ ਰਹੀ ਹੋਵੇ, ਉਸ ਸਮੇਂ ਆਰਡੀਨੈਂਸ ਜਾਰੀ ਹੁੰਦਾਗਾ। ਪਰ ਲੇਕਿਨ ਹੁਣ ਤਾਂ ਮੈਂ ਸਮਝਦਾ ਕੋਈ ਸਖਤ ਲੋੜ ਨਹੀਂ ਸੀ ਕਿ ਇਮੀਡੀਏਟਲੀ ਆਰਡੀਨੈਂਸ ਜਾਰੀ ਹੋਣ। ਸੋ ਇੱਥੋਂ ਪਤਾ ਲੱਗਦਾ ਕਿ ਕਰੋਨਾ ਮਹਾਮਾਰੀ ਦੇ ਆੜ ਦੇ ਹੇਠ ਜਿਹੜਾ ਹੈਗਾ, ਇਹ ਆਪਦਾ ਹਿਡਨ ਏਜੰਡਾ, ਇਹ ਆਪਦਾ ਕਿਸਾਨ ਵਿਰੋਧੀ ਏਜੰਡਾ, ਇਹ ਆਪਣਾ ਦਲਿਤ ਵਿਰੋਧੀ ਏਜੰਡਾ, ਇਹ ਆਪਣਾ ਮਜ਼ਦੂਰ ਵਿਰੋਧੀ ਏਜੰਡਾ ਜਿਹੜਾ ਹੈਗਾ ਬੀਜੇਪੀ ਤੇ ਅਕਾਲੀ ਦਲ ਲਾਗੂ ਕਰ ਰਿਹਾ ਹੈਗਾ। ਉਹ ਵੀ ਜ਼ੋਰ ਦਿੱਤਾ ਜਿਹੜਾ ਵਾਰ-ਵਾਰ ਕਿ ਜਿਹੜਾ ਪੰਜਾਬ ਤੇ ਹਰਿਆਣਾ ਨੂੰ ਫਸਲੀ ਚੱਕਰ ਚੋਂ ਬਾਹਰ ਆਉਣਾ ਚਾਹੀਦਾ ਹੈਗਾ ਜੀ। ਜੇਕਰ ਫਸਲੀ ਚੱਕਰ ਚੋਂ ਬਾਹਰ ਆਉਣਾ ਚਾਹੀਦਾ ਤਾਂ ਇਹਦੇ ਲਈ ਮੈਂ ਸਮਝਦਾ ਪੰਜਾਬ ਸਰਕਾਰ ਨੀਤੀ ਬਣਾਵੇ, ਸੈਂਟਰ ਸਰਕਾਰ ਨੀਤੀ ਬਣਾਵੇ, ਕਿਸਾਨਾਂ ਨੂੰ ਜਿਹੜਾ ਹੈਗਾ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਤੇ MSP ਦੇਵੇ ਔਰ ਉਹਨਾਂ ਦੀ ਗਰੰਟੀ ਕਰੇ ਕਿ ਤੁਹਾਨੂੰ ਇੰਨਾ ਮੁਨਾਫਾ ਹੋਊਗਾ, ਤੁਸੀਂ ਆਹ ਫਸਲ ਲਾਵੋ। ਸੋ ਇਹਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਆਲਰੇਡੀ ਜਿੰਨਾ ਫਸਲਾਂ ਤੋਂ ਸਾਨੂੰ MSP ਮਿਲ ਰਹੀ ਹੈ ਉਹਨੂੰ ਖਤਮ ਕਰ ਦਈਏ। ਸਾਨੂੰ ਚਾਹੀਦਾ ਕਿ ਬਦਲਵੀਆਂ ਫਸਲਾਂ ਦਾ ਪ੍ਰਬੰਧ ਹੋਵੇ। ਸੋ ਇਹਦੇ ਲਈ ਸਰਕਾਰ ਨੂੰ ਇੱਕ ਖੇਤੀਬਾੜੀ ਜਿਹੜੇ ਨੀਤੀਕਾਰ ਨੇ ਉਹਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਆ। ਸੋ ਇੱਥੇ ਤਾਂ ਪੰਜਾਬ ਦੇ ਜਿਹੜੇ CM ਸਾਹਿਬ ਨੇ, ਖੇਤੀਬਾੜੀ ਮਿਨਿਸਟਰ ਵੀ ਨੇ, ਉਹਨਾਂ ਨੂੰ ਇਹੀ ਨਹੀਂ ਪਤਾ ਕਿ ਝੋਨਾ ਕਿਸ ਤਰ੍ਹਾਂ ਲੱਗਦਾਗਾ। ਉਹ ਤਾਂ ਕਹਿ ਰਹੇ ਸੀਗੇ ਜਿਹੜਾ ਬੀਜ ਘਟਾਲਾ ਹੋਇਆ ਉਹ 'ਚ ਸਾਹਮਣੇ ਆਇਆ ਉਹਨਾਂ ਦਾ ਬਿਆਨ ਕਿ ਬੀਜ ਘਟਾਲਾ ਹੋਣ ਤੋਂ ਬਚ ਗਿਆ, ਹਜੇ ਤੱਕ ਕਿਸਾਨਾਂ ਨੇ ਜੀਰੀ ਲਾਈ ਨਹੀਂ ਸੀ। ਉਹਨਾਂ ਨੂੰ ਇਹ ਨਹੀਂ ਪਤਾਗਾ ਕਿ ਜੀਰੀ ਜਿਹੜੀ ਆ ਪਹਿਲਾਂ ਉਹਦੀ ਪੌਦ ਤਿਆਰ ਹੁੰਦੀ ਆ, ਪਨੀਰੀ ਤਿਆਰ ਹੁੰਦੀ ਆ, ਫਿਰ ਜਾ ਕੇ ਜੀਰੀ ਲੱਗਦੀ ਆ। ਸੋ ਸਾਡੇ ਤਾਂ ਮਿਨਿਸਟਰ ਇਸ ਤਰ੍ਹਾਂ ਦੇ ਬਣੇ ਹੋਏ ਨੇ ਪੰਜਾਬ ਵਿੱਚ। ਜਿਹੜਾ ਤੁਸੀਂ ਮਸਲਾ ਉਠਾਇਆ ਸੀ ਕਿ ਇੱਕ ਬਹੁਤ ਵੱਡਾ ਨੈਸ਼ਨਲ ਹਾਈਵੇ ਜਿਹੜਾ 105B ਹੈਗਾ, ਬੜਾ ਬਹੁ ਕਰੋੜੀ ਜਿਹੜਾ ਘਪਲਾ ਹੈਗਾ, ਸਾਡੀ ਜਿਹੜੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਗੱਲਬਾਤ ਹੋਈ ਸੀ। ਉਹ ਕਹਿ ਰਹੇ ਕਿ ਅਗਰ ਜੇ ਹਰਪਾਲ ਸਿੰਘ ਚੀਮਾ ਹੋਣਾ ਨੂੰ DC ਦੀ ਜਾਂਚ ਤੇ ਕੋਈ ਨਹੀਂ ਵਿਸ਼ਵਾਸ ਤੇ ਉਹ ਖੁਦ ਜਾਂਚ ਕਰਕੇ ਸਾਨੂੰ ਸੌਂਪ ਦੇਣੀ, ਉਸ ਤਰ੍ਹਾਂ ਕਾਰਵਾਈ ਕਰ ਦਾਂਗੇ ਜੀ। ਦੇਖੋ, ਮੇਰਾ ਕਾਂਗੜ ਸਾਹਿਬ ਨੂੰ ਚੈਲੰਜ ਆ ਕਿ ਜਿੰਨੇ ਡਾਕੂਮੈਂਟ ਨੇ, ਜਿੰਨੇ ਇਸ ਨਾਲ ਸੰਬੰਧਿਤ ਡਾਕੂਮੈਂਟ ਨੇ, ਜਿੰਨੇ ਲੋਕਾਂ ਦੀਆਂ ਰਜਿਸਟਰੀਆਂ ਹੋਈਆਂ ਨੇਗੀਆਂ, ਜਿਹੜੀਆਂ ਉਹ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ 'ਚ ਹੋਈਆਂ ਨੇਗੀਆਂ ਜਾਂ ਉਸ ਤੋਂ 6 ਮਹੀਨੇ ਪਹਿਲਾਂ ਹੋਈਆਂ ਨੇ, ਜਦੋਂ ਇਹ ਇਸ ਸੜਕ ਨੂੰ ਬਣਾਉਣ ਦਾ ਪ੍ਰਸਤਾਵ ਪਾਸ ਹੋਇਆ, ਜਦੋਂ ਇਹਦੀ ਪਹਿਲੀ ਮੁੱਢਲੀ ਮੀਟਿੰਗ ਹੋਈ, ਉਹ ਸਾਰਾ ਰਿਕਾਰਡ ਮੇਰੇ ਦਫ਼ਤਰ 'ਚ ਭੇਜ ਦੇਣ, ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੂੰਗਾ। ਸੋ ਮੇਰਾ ਉਹਨਾਂ ਦਾ ਚੈਲੰਜ ਮੈਨੂੰ ਕਬੂਲ ਹੈਗਾ। ਸੋ ਇਸ ਤਰ੍ਹਾਂ ਜਿਹੜਾ ਚੈਲੰਜ ਕਰਕੇ ਕੋਈ ਗੱਲ ਨਹੀਂ ਨਿਬੜਨੀ ਹੈਗੀ। ਇੱਥੋਂ ਪਤਾ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ, ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਇਮਾਨਦਾਰੀ ਨਾਲ ਕੰਮ ਕਰਨ ਦਾ ਸਮਾਂ ਗਾ, ਲੁੱਟਣ ਦਾ ਸਮਾਂ ਨਹੀਂ ਹੈਗਾ। ਉਹ ਲੁੱਟਣ ਦੇ ਵਿੱਚ ਬੜੇ ਮਾਹਰ ਨੇਗੇ, ਪਰ ਲੇਕਿਨ ਅਸੀਂ ਜਿਹੜਾ ਹੈਗਾ ਦਾਅਵੇ ਨਾਲ ਕਹਿੰਦੇ ਹਾਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਓ, ਫਿਰ ਪਤਾ ਲੱਗੂ ਕੌਣ ਦੋਸ਼ੀ ਆ, ਕੌਣ ਜਿਹੜਾ ਹੈਗਾ ਇਨੋਸੈਂਟ ਆ। ਪਰ ਲੇਕਿਨ ਮੇਰਾ ਉਹਨਾਂ ਦਾ ਜਿਹੜਾ ਚੈਲੰਜ ਆ ਉਹ ਮੈਨੂੰ ਕਬੂਲ ਹੈਗਾ। ਲੱਗਦਾ ਜੀ ਇਸ ਮਸਲੇ ਤੁਸੀਂ ਹਾਈ ਕੋਰਟ ਤੱਕ ਲੈ ਕੇ ਜਾਓਗੇ ਜਾਂ ਕੋਈ ਇੱਦਾਂ ਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਕੋਈ ਪਟੀਸ਼ਨ ਪਾਈ ਜਾ ਸਕਦੀ ਹੈ? ਕੁਝ ਦੇਖੋ, ਹਜੇ ਦੇਖਦੇ ਹਾਂ ਕਿ ਸਰਕਾਰ ਕੀ ਕਰ ਰਹੀ ਹੈ। ਸਰਕਾਰ ਆਰਡੀਨੈਂਸ ਜਾਰੀ ਕਰਦੀ ਹੈ, ਸਰਕਾਰ ਜਿਹੜੀ ਆ ਇਹ ਦੀ ਜਾਂਚ ਹਾਈ ਕੋਰਟ ਦੇ ਜੱਜ ਨੂੰ ਸੌਂਪਦੀ ਹੈ ਜਾਂ ਨਹੀਂ ਸੌਂਪਦੀ। ਉਸ ਤੋਂ ਬਾਅਦ ਜਿਹੜਾ ਹੈਗਾ ਬਿਲਕੁਲ ਸਾਡਾ ਜਿਹੜਾ ਲੀਗਲ ਵਿੰਗ ਬਣਿਆ ਹੈ ਆਮ ਆਦਮੀ ਪਾਰਟੀ ਦਾ, ਉਹ ਇਸ ਗੱਲ ਨੂੰ ਜਿਹੜਾ ਹਾਈ ਕੋਰਟ 'ਚ ਲੈ ਕੇ ਜਾਵਾਂਗੇ। ਉਹ ਕਹਿ ਰਹੇ ਕਿ 7 ਹਫ਼ਤਿਆਂ ਦੇ 1 ਹਫ਼ਤੇ ਦੇ ਵਿੱਚ DC ਸਾਨੂੰ ਜਾਂਚ ਦੇ ਦਿਓ। ਤਾਂ DC ਦੀ ਜਾਂਚ 'ਤੇ ਭਰੋਸਾ ਹੈ ਕਿ ਨਹੀਂ ਹੋਏਗਾ? ਦੇਖੋ, ਜਿਹੜੀ ਸਰਕਾਰ ਆ, ਕੈਪਟਨ ਸਾਹਿਬ ਦੀ ਸਰਕਾਰ, ਇਹ ਕਲੀਨ ਚਿੱਟ ਦੇਣ ਦੀ ਮਾਹਰ ਆ। ਉਸੇ ਤਰ੍ਹਾਂ ਇਹਨਾਂ ਦੇ ਮਿਨਿਸਟਰ ਨੇ ਜਿਹੜੇ ਉਹ ਵੀ ਕਲੀਨ ਚਿੱਟ ਦੇਣ ਦੇ ਮਾਹਰ ਨੇਗੇ। ਇਹਨਾਂ ਕੋਲੇ ਕਲੀਨ ਚਿੱਟਾਂ ਜਿਹੜੀਆਂ ਜੇਬਾਂ 'ਚ ਪਾਈਆਂ ਹੁੰਦੀਆਂ ਨੇ, ਕਲੀਨ ਚਿੱਟ ਮਾਹਰਾਂ ਦੀ ਕਮੇਟੀ ਬਣਾਉਂਦੇ ਨੇ, ਉਹ ਕਲੀਨ ਚਿੱਟ ਦੇ ਦਿੰਦੀ ਆ। ਹੁਣ ਤੱਕ ਜਿੰਨੀਆਂ ਵੀ ਜਿਹੜੀਆਂ ਕਮੇਟੀਆਂ ਬਣੀਆਂ ਨੇ, ਜੋ ਵੀ ਕੁਝ ਬਣਿਆ, ਅੱਜ ਤੱਕ ਕਿਸੇ ਨੂੰ ਜਿਹੜੀ ਆ ਕਿਸੇ ਵੀ ਦੇ ਵਿੱਚ ਇਹਨਾਂ ਜਾਂਚ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ। ਤਾਂ ਇਹੀ ਗੱਲ ਆ ਕਿ 2022 'ਚ ਪੰਜਾਬ ਦੇ ਲੋਕ ਇਨਸਾਫ ਕਰਨਗੇ। ਜੀ ਜਿਹੜਾ ਸ਼ਰਾਬ ਦਾ ਜਿਹੜਾ ਮਸਲਾ ਇਹ ਤੁਹਾਡੀ ਪਾਰਟੀ ਵੱਲੋਂ ਕਾਫੀ ਵੱਡਾ ਮੁੱਦਾ ਉਠਾਇਆ ਗਿਆ ਹੈ, ਉਸ ਮਸਲੇ 'ਚ ਪਤਾ ਲੱਗਾ ਕਿ ਹੁਣ ED ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਲੱਗਦਾ ਕਿ ਹੁਣ ਕੁਛ ਨਾ ਕੁਛ ED ਕਿਉਂਕਿ ਸੈਂਟਰ ਦੀ ਏਜੰਸੀ ਹੈਗਾ, ਕੁਛ ਸਪਸ਼ਟ ਹੋਏਗਾ, ਕੁਛ ਇਨਸਾਫ ਹੋਏਗਾ ਜਾਂ ਠੱਗੀ ਠੋਰੀ ਦਾ ਪਤਾ ਚੱਲ ਸਕੂਗਾ? ਦੇਖੋ, ਲਾਕਡਾਊਨ ਦੌਰਾਨ, ਕਰਫਿਊ ਦੌਰਾਨ 2-3 ਗੱਲਾਂ ਅਹਿਮ ਸਾਹਮਣੇ ਨਿਕਲ ਕੇ ਆਈਆਂ। 2-3 ਘਪਲੇ ਜਿਹੜੇ ਅਹਿਮ ਸਾਹਮਣੇ ਨਿਕਲ ਕੇ ਆਏ, ਉਹਨਾਂ ਵਿੱਚ ਸ਼ਰਾਬ ਦਾ ਜਿਹੜਾ ਘਪਲਾ ਸੀ, ਸ਼ਰਾਬ ਮਾਫੀਆ ਦਾ ਬਹੁਤ ਵੱਡਾ ਘਪਲਾ ਸਾਹਮਣੇ ਨਿਕਲ ਆਇਆ। ਔਰ ਇਹ ਜਿਹੜਾ ਸ਼ਰਾਬ ਮਾਫੀਆ ਇਹ ਕੈਪਟਨ ਸਾਹਿਬ ਦੀ ਨੱਕ ਹੇਠ ਚੱਲਦਾ ਗਾ, ਕਿਉਂਕਿ ਡਿਪਾਰਟਮੈਂਟ ਦੇ ਹੈੱਡ, ਐਕਸਾਈਜ਼ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ, ਉਹ ਕੈਪਟਨ ਸਾਹਿਬ ਬਣੇ ਹੋਏ ਨੇ ਕਿ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਐਡਾ ਘਪਲਾ ਹੋਣਾ। ਮੈਂ ਤਾਂ ਸਮਝਦਾ ਕਿ ਜੇਕਰ ਉਹ ਇਮਾਨਦਾਰ ਸੀਗੇ, ਜੇਕਰ ਉਹਨਾਂ ਨੇ ਘਪਲਾ ਨਹੀਂ ਕੀਤਾ ਤਾਂ ਇਹ ਜਾਂਚ ਜਿਹੜੀ ਹਾਈ ਕੋਰਟ ਦੇ ਸਿਟਿੰਗ ਜੱਜ ਨੂੰ ਕਿਉਂ ਨਹੀਂ ਸੌਂਪੀ ਉਹਨਾਂ ਨੇ, ਕਿਉਂ ED ਕੋਲੇ ਗਈ? ਸੋ ਪਰ ਲੇਕਿਨ ਮੈਂ ਦੇਖਦਾ ਵੀ ਸਮਝਦਾ ਕਿ ED ਦੇਖਦੇ ਕੀ ਕਰਦੀ ਹੈ ਕੀ ਨਹੀਂ ਕਰਦੀ। ਪਰ ਲੇਕਿਨ ਸਭ ਤੋਂ ਵੱਡਾ ਸਵਾਲ ਜਿਹੜਾ ਕੈਪਟਨ ਸਾਹਿਬ ਤੇ ਖੜਾ ਹੋਇਆ ਕਿ ਉਹਨਾਂ ਨੇ ਆਪਣੀ ਇਮਾਨਦਾਰੀ ਦਿਖਾਉਣੀ ਸੀ। ਇਹਦੀ ਜਾਂਚ ਹਾਈ ਕੋਰਟ ਦੇ ਜੱਜ ਨੂੰ ਸੌਂਪ ਦਿੰਦੇ ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਇਨਸਾਫ ਮਿਲ ਜਾਂਦਾ। ਹੁਣ ਜੇ ED ਡਿਪਾਰਟਮੈਂਟ ਨੇ ਆਪਣੇ ਆਪ ਜਾਂਚ ਲਈ ਆ ਤਾਂ ਦੇਖਦੇ ਹਾਂ ED ਡਿਪਾਰਟਮੈਂਟ ਕੀ ਕਰਦਾ। ਪਰ ਲੇਕਿਨ ਇਹ ਬਹੁਤ ਵੱਡਾ ਘਪਲਾ ਗਾ, ਬਹੁਤ ਕਰੋੜੀ ਘਪਲਾ ਗਾ। ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਿੱਥੇ ਸਿਹਤ ਦਾ ਜਿਹੜਾ ਹੈਗਾ ਖਿਲਵਾੜ ਹੋ ਰਿਹਾ, ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ,
ਉੱਥੇ ਲੋਕਾਂ ਦੀ ਜਿਹੜੀ ਆ ਆਰਥਿਕਤਾ ਦੇ ਵੀ ਜਿਹੜਾ ਭਾਰੀ ਸੱਟ ਵੱਜਦੀ ਹੈ, ਕਿਉਂਕਿ ਇਹਦੇ ਨਾਲ ਪੰਜਾਬ ਸਰਕਾਰ ਦਾ ਮਾਲੀਆ ਵੀ ਉੱਡਦਾ ਗਾ, ਪੰਜਾਬ ਸਰਕਾਰ ਦਾ ਮਾਲੀਆ ਵੀ ਘਟਦਾ ਗਾ ਔਰ ਲੋਕਾਂ ਦੀ ਜੇਬ ਤੇ ਵੀ ਡਾਕਾ ਪੈਂਦਾ ਗਾ। ਜੀ ਬਸ ਮੇਰਾ ਆਖਰੀ ਸਵਾਲ ਹੈ ਕਿ ਜਿਹੜਾ ਸੈਂਟਰ ਸਰਕਾਰ ਵਾਰ-ਵਾਰ ਅਟੈਕ ਕਰ ਰਿਹਾ MSP ਦੇ ਨਾਮ ਤੇ, ਜਾਂ ਜਿਹੜੇ 3 ਆਰਡੀਨੈਂਸ ਪਾਸ ਕੀਤੇ ਉਹਨਾਂ ਆਰਡੀਨੈਂਸ, ਤਾਂ ਲੱਗਦਾ ਹੈ ਕਿ ਉਸ ਮਸਲੇ 'ਚ ਪੰਜਾਬ ਸਰਕਾਰ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੀ ਲੋੜ ਹੈ, ਕਿਉਂਕਿ ਖੇਤੀਬਾੜੀ ਜਿਹੜਾ ਸਬਜੈਕਟ ਹੈ ਕਹਿੰਦੇ ਉਹ ਸਟੇਟ ਸਬਜੈਕਟ ਹੈਗਾ। ਸਰਕਾਰ ਦੇ ਇਸ ਰੋਲ ਨੂੰ ਕਿਵੇਂ ਦੇਖਦੇ ਜੀ ਤੁਸੀਂ? ਦੇਖੋ, ਪੰਜਾਬ ਸਰਕਾਰ ਦਾ ਰੋਲ ਜਿਹੜਾ ਉਹ ਸ਼ੱਕੀ ਜਾਪਦਾ ਗਾ, ਕਿਉਂਕਿ ਕੈਪਟਨ ਸਾਹਿਬ ਨੂੰ ਅਸੀਂ ਬਾਰ-ਬਾਰ ਜਿਹੜੀ ਮੰਗ ਕਰ ਰਹੇ ਹਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਉਹ ਸੈਸ਼ਨ ਦੇ ਵਿੱਚ ਜਿਹੜੀ ਆ ਇਸ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕੀਤੀ ਜਾਵੇ, ਜਿਹੜੇ 3 ਆਰਡੀਨੈਂਸ ਆਏ ਨੇ ਇਹਨਾਂ ਦੀ ਗੱਲ ਕੀਤੀ ਜਾਵੇ। ਇਹਨਾਂ 3 ਆਰਡੀਨੈਂਸਾਂ ਨੂੰ ਜਿਹੜਾ ਹੈਗਾ ਰੈਜ਼ੋਲੂਸ਼ਨ ਪਾ ਕੇ ਰੱਦ ਕੀਤਾ ਜਾਵੇ ਔਰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ ਤਾਂ ਕਿ ਲਾਗੂ ਨਾ ਹੋਵੇ, ਔਰ ਨਾਲ ਦੀ ਨਾਲ ਜਿਹੜੀ ਆ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ। ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਜਿਹੜਾ ਹੈਗਾ ਇਹਨੂੰ ਕੰਡੈਮ ਕੀਤਾ ਜਾਵੇ। ਬਿਲਕੁਲ ਆਮ ਆਦਮੀ ਪਾਰਟੀ ਸੜਕਾਂ 'ਤੇ ਤੁਰ ਚੁੱਕੀ ਆ। ਆਮ ਆਦਮੀ ਪਾਰਟੀ ਨੇ ਅੱਜ ਜਿਹੜੇ ਮੰਗ ਪੱਤਰ ਨੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਨੇਗੇ ਤਾਂ ਕਿ ਇਹ ਸਾਰੇ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਸਾਹਿਬ ਕੋਲੇ ਪਹੁੰਚਣ ਤਾਂ ਕਿ ਆਰਡੀਨੈਂਸ ਰੱਦ ਹੋ ਸਕੇ। ਜੇਕਰ ਨਾ ਇਹ ਰੱਦ ਹੋਇਆ ਜਾਂ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਸੜਕਾਂ ਤੇ ਪਿੰਡਾਂ 'ਚ ਲੋਕਾਂ ਨੂੰ ਲਾਮਬੰਦ ਕਰਕੇ ਕੇਂਦਰ ਸਰਕਾਰ ਦੇ ਔਰ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਛੇੜੂਗੀ। ਬਹੁਤ ਮਿਹਰਬਾਨੀ। ਇਸ ਨੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੇ ਇਸ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ, ਕਿਉਂਕਿ ਸੈਂਟਰ ਦੇ ਵਿੱਚ ਭਾਈਵਾਲ ਸਰਕਾਰ, ਲੇਕਿਨ ਜਿੱਥੋਂ ਤੱਕ ਸੈਂਟਰ ਸਰਕਾਰ ਲਗਾਤਾਰ ਕਿਸਾਨੀ ਦੇ ਮਸਲੇ 'ਚ ਇਹ ਕਹਿ ਕੇ ਸੋਧ ਕਰ ਰਹੀ ਹੈ ਕਿ ਕਿਸਾਨਾਂ ਦਾ ਭਲਾ ਹੋਏਗਾ, ਲੇਕਿਨ ਲੱਗਦਾ ਕਿ ਉਹਦੇ ਨਾਲ ਭਲਾ ਨਹੀਂ, ਕਿਸਾਨਾਂ ਦਾ ਨੁਕਸਾਨ ਹੋਇਆ। ਤੇ ਜੇ ਕਿਸਾਨਾਂ ਦਾ ਨੁਕਸਾਨ ਹੋਏਗਾ ਤਾਂ ਲਾਜ਼ਮੀ ਤੌਰ ਤੇ ਸੂਬਿਆਂ ਦਾ ਨੁਕਸਾਨ ਹੋਏਗਾ, ਜੇ ਸੂਬਿਆਂ ਦਾ ਨੁਕਸਾਨ ਹੋਏਗਾ ਤਾਂ ਫਿਰ ਰਾਸ਼ਟਰ ਦਾ ਨੁਕਸਾਨ ਹੋਏਗਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਬੀ ਨਿਊਜ਼, ਚੰਡੀਗੜ੍ਹ।